Hello, my dear friends. I hope you're doing well. I'm Mohit Dhingra. Welcome to CBC. ਸਟੂਡੈਂਟਸ ਆਪਾਂ ਡਿਸਕਸ ਕਰ ਰਹੇ ਸੀ ਪੰਜਾਬ ਪਟਵਾਰੀ ਲਈ ਆਪਣੀ ਸੁਪਰ ਸਪੈਸ਼ਲ ਸੀਰੀਜ਼ ਨੂੰ ਜਿਹਦੇ ਵਿੱਚ ਆਪਾਂ ਕਵਰ ਕਰ ਰਹੇ ਸੀ ਸਟੈਟਿਕ ਜੀਕੇ ਦਾ ਆਪਣਾ ਜੋ ਪੋਰਸ਼ਨ ਹੈ ਜਿਹਦੇ ਵਿੱਚ ਹਿਸਟਰੀ ਜੀਓਗ੍ਰਾਫੀ ਪੋਲਿਟੀ ਸਾਇੰਸ ਇਕਨੋਮਿਕਸ ਐਂਡ ਕਰੰਟ ਅਫੇਅਰ ਦੇ ਜੋ ਆਪਾਂ ਕਨਸੈਪਟ ਨੂੰ ਸਾਰੀਆਂ ਚੀਜ਼ਾਂ ਨੂੰ ਇੱਕੋ ਹੀ ਵੀਡੀਓ ਦੇ ਵਿੱਚ ਲੈ ਕੇ ਜਾ ਰਹੇ ਸੀ ਤਾਂ ਕਾਫੀ ਦਿਨਾਂ ਬਾਅਦ ਅੱਜ ਆਪਾਂ ਇੱਕ ਹੋਰ ਵੀਡੀਓ ਦੇ ਵਿੱਚ ਹਾਜ਼ਰ ਹੈ ਨਾ ਤਾਂ ਕੁਝ ਦਿਨ ਆਪਾਂ ਵੀਡੀਓ ਨਹੀਂ ਬਣਾ ਪਾਏ ਅੱਜ ਵੀ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ ਕੁਝ ਇੰਪੋਰਟੈਂਟ ਕੁਐਸਚਨਸ ਨੂੰ ਇਹ ਰਹੂਗਾ ਆਪਣਾ ਪਾਰਟ 22 ਆਈ ਹੋਪ ਇਸ ਤੋਂ ਪਹਿਲਾਂ ਵਾਲੇ ਪਾਰਟਸ ਸਾਰੇ ਤੁਸੀਂ ਦੇਖ ਲਏ ਹੋਣਗੇ ਹੈ ਨਾ ਤਾਂ ਅੱਛੇ ਤਰੀਕੇ ਨਾਲ ਤੁਸੀਂ ਆਪਣੀ ਤਿਆਰੀ ਕਰ ਰਹੇ ਹੋਵੋਗੇ ਹੈ ਨਾ ਜੋ ਚੀਜ਼ਾਂ ਮੈਂ ਤੁਹਾਨੂੰ ਨਾਲ ਨਾਲ ਦੱਸ ਰਿਹਾ ਉਹਨਾਂ ਨੂੰ ਆਪਣੀ ਅਲੱਗ ਨੋਟਬੁੱਕ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਨੋਟ ਕਰਦੇ ਰਿਹਾ ਕਰੋ ਹੈ ਨਾ ਜੋ ਵੀ ਤੁਹਾਨੂੰ ਮੈਂ ਕੁਐਸਚਨ ਦੇ ਨਾਲ ਨਾਲ ਦੱਸਦਾ ਰਹਿੰਦਾ ਉਹਨੂੰ ਜ਼ਰੂਰ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰਦੇ ਰਿਹਾ ਕਰੋ ਤਾਂ ਸਟਾਰਟ ਕਰਦੇ ਜੀ ਫਿਰ ਅੱਜ ਦੀ ਆਪਣੀ ਸੀਰੀਜ਼ ਨੂੰ ਤਾਂ ਦੇਖਦੇ ਜੀ ਅੱਜ ਦਾ ਆਪਣਾ ਪਹਿਲਾ ਕੁਐਸਚਨ ਫਸਟ ਕੁਐਸਚਨ ਹੈ ਹੂ ਇਜ਼ ਦਾ ਆਥਰ ਆਫ ਦਾ ਬੁੱਕ ਅਰਥ ਸ਼ਾਸਤਰਾ ਦੇਖੋ ਫਿਰ ਬੁੱਕ ਤੋਂ ਕੁਐਸਚਨ ਹੈ ਬੁੱਕ ਦਾ ਨਾਮ ਹੈ ਜੀ ਅਰਥ ਸ਼ਾਸਤਰਾ ਇਸ ਬੁੱਕ ਦੇ ਆਪਾਂ ਆਥਰ ਦੱਸਣੇ ਤਾਂ ਇਹ ਆਪਣਾ ਟੌਪਿਕ ਕਵਰ ਹੁੰਦਾ ਬੁੱਕਸ ਐਂਡ ਆਥਰ ਹੈ ਨਾ ਬੁੱਕਸ ਐਂਡ ਆਥਰ ਦਾ ਆਪਣਾ ਟੌਪਿਕ ਹੈ ਹਰ ਟੌਪਿਕ ਦੇ ਵਿੱਚੋਂ ਇੱਕ ਕੁਐਸਚਨ ਆਪਾਂ ਨੂੰ ਜ਼ਰੂਰ ਪੁੱਛਿਆ ਜਾਂਦਾ ਹੈ ਤਾਂ ਬੁੱਕਸ ਐਂਡ ਆਥਰ ਤੋਂ ਕੁਐਸਚਨ ਹੈ ਅਰਥ ਸ਼ਾਸਤਰਾ ਦਾ ਆਪਾਂ ਆਥਰ ਦੱਸਣਾ ਇਹਦਾ ਆਨਸਰ ਹੈ ਜੀ ਸੀ ਆਪਸ਼ਨ ਚਾਣਕਿਆ ਠੀਕ ਹੈ ਵੈਰੀ ਇੰਪੋਰਟੈਂਟ ਹੈ ਆਪਾਂ ਬੁੱਕ ਆਪਾਂ ਪਹਿਲਾਂ ਵੀ ਡਿਸਕਸ ਕੀਤੀ ਸੀ ਚਾਣਕਿਆ ਦਾ ਜੋ ਦੂਸਰਾ ਨਾਮ ਹੈ ਉਹ ਆਪਾਂ ਯਾਦ ਰੱਖਣਾ ਹੈ ਜੀ ਕੌਟਿਲਿਆ ਐਂਡ ਜੋ ਇਹਨਾਂ ਦਾ ਰੀਅਲ ਨੇਮ ਸੀ ਇਹਨਾਂ ਦਾ ਵਿਸ਼ਨੂਗੁਪਤ ਠੀਕ ਹੈ ਤਾਂ ਤਿੰਨੋਂ ਇੱਕੋ ਹੀ ਗੱਲ ਹੈ ਚਾਣਕਿਆ ਕੌਟਿਲਿਆ ਵਿਸ਼ਨੂਗੁਪਤ ਕੋਈ ਵੀ ਆਪਸ਼ਨ ਤੁਹਾਨੂੰ ਐਗਜ਼ਾਮ ਦੇ ਵਿੱਚ ਮਿਲ ਸਕਦੀ ਹੈ ਤਾਂ ਕਾਫੀ ਇੰਪੋਰਟੈਂਟ ਬੁੱਕ ਹੈ ਅਰਥ ਸ਼ਾਸਤਰਾ ਚਾਣਕਿਆ ਕੌਣ ਸੀ ਚਾਣਕਿਆ ਜੋ ਕਿ ਚੰਦਰਗੁਪਤ ਮੌਰਿਆ ਦੇ ਆਪਾਂ ਇੱਕ ਤਰ੍ਹਾਂ ਦੇ ਗੁਰੂ ਕਹਿ ਸਕਦੇ ਆ ਪੋਲੀਟੀਕਲ ਐਡਵਾਈਜ਼ਰ ਕਹਿ ਸਕਦੇ ਜੀ ਚੰਦਰਗੁਪਤ ਮੌਰਿਆ ਦੇ ਟਾਈਮ ਦੇ ਵਿੱਚ ਉਹਨਾਂ ਦੇ ਗੁਰੂ ਸੀਗੇ ਅਗਲੀ ਬੁੱਕ ਆਪਾਂ ਯਾਦ ਰੱਖਣੀ ਹੈ ਮੈਗਸਥੈਨਿਸ ਨੇ ਹੈ ਨਾ ਮੈਗਸਥੈਨਿਸ ਨੇ ਇੱਕ ਬੁੱਕ ਲਿਖੀ ਸੀ ਜਿਹਦਾ ਨਾਮ ਹੈ ਇੰਡਿਕਾ ਆ ਵੀ ਕਾਫੀ ਇੰਪੋਰਟੈਂਟ ਬੁੱਕ ਹੈ ਇੰਡਿਕਾ ਬੁੱਕ ਦਾ ਨਾਮ ਹੈ ਇਸ ਬੁੱਕ ਨੂੰ ਕਿੰਨੇ ਲਿਖਿਆ ਸੀ ਮੈਗਸਥੈਨਿਸ ਵੈਰੀ ਇੰਪੋਰਟੈਂਟ ਠੀਕ ਹੈ ਤਾਂ ਆਪਸ਼ਨਸ ਤੋਂ ਵੀ ਆਪਾਂ ਨਾਲ ਨਾਲ ਕੁਐਸਚਨਸ ਆਪਾਂ ਬਣਾਉਂਦੇ ਰਹਿੰਦੇ ਹਾਂ ਨਾ ਇਹ ਵੀ ਚੀਜ਼ਾਂ ਤੁਸੀਂ ਨਾਲ ਨਾਲ ਯਾਦ ਰੱਖਿਓ ਤੇ ਆਪਣੀ ਰਿਵੀਜ਼ਨ ਵੀ ਕਰਦੇ ਰਹੋ ਨੈਕਸਟ ਹੈ ਜੀ ਜਹਾਂਗੀਰ ਵਾਸ ਬੋਰਨ ਇਨ ਦਾ ਈਅਰ ਜਹਾਂਗੀਰ ਕੌਣ ਹੈ ਜਹਾਂਗੀਰ ਮੁਗਲ ਰਾਜਾ ਸੀਗਾ ਹੈ ਨਾ ਆਪਾਂ ਮੁਗਲ ਰਾਜਾ ਪੜ੍ਹੇ ਸੀ ਸਭ ਤੋਂ ਪਹਿਲਾਂ ਕੌਣ ਆਇਆ ਸੀ ਜੀ ਬਾਬਰ ਠੀਕ ਹੈ ਬਾਬਰ ਤੋਂ ਬਾਅਦ ਕੌਣ ਆਇਆ ਹੁਮਾਯੂੰ ਹੁਮਾਯੂੰ ਤੋਂ ਬਾਅਦ ਕੌਣ ਆਇਆ ਜੀ ਅਕਬਰ ਅਕਬਰ ਤੋਂ ਬਾਅਦ ਕੌਣ ਆਇਆ ਜਹਾਂਗੀਰ ਜਿਹਦੇ ਬਾਰੇ ਆਪਾਂ ਨੂੰ ਹੁਣ ਕੁਐਸਚਨ ਹੈ ਜਹਾਂਗੀਰ ਤੋਂ ਬਾਅਦ ਆਇਆ ਸ਼ਾਹਜਹਾਂ ਤੇ ਸ਼ਾਹਜਹਾਂ ਤੋਂ ਬਾਅਦ ਕੌਣ ਆਇਆ ਜੀ ਔਰੰਗਜ਼ੇਬ ਠੀਕ ਹੈ ਇਹ ਜਿਹੜੇ ਇੰਪੋਰਟੈਂਟ ਰੂਲਰ ਸੀਗੇ ਮੁਗਲਾਂ 'ਚੋਂ ਇਹਨੂੰ ਆਪਾਂ ਯਾਦ ਕਿਵੇਂ ਕੀਤਾ ਸੀ ਬਾਦਸ਼ਾਹ ਤੋਂ ਬਾਦਸ਼ਾਹ ਤਾਂ ਆਪਾਂ ਜਹਾਂਗੀਰ ਦੀ ਗੱਲ ਕਰ ਰਹੇ ਜੋ ਚੌਥੇ ਨੰਬਰ 'ਤੇ ਜੋ ਕਿ ਅਕਬਰ ਦਾ ਬੇਟਾ ਸੀਗਾ ਮੁਗਲ ਸਮਰਾਟ ਅਕਬਰ ਦਾ ਬੇਟਾ ਸੀ ਜਹਾਂਗੀਰ ਕਦੋਂ ਇਹਦਾ ਜਨਮ ਹੋਇਆ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਆਪਸ਼ਨ ਦਾ ਕਰੈਕਟ ਆਨਸਰ ਹੈ ਜੀ 1569 ਦੇ ਵਿੱਚ ਇਹਦਾ ਜਨਮ ਹੋਇਆ ਕੌਣ ਸੀ ਇਹ ਹੀ ਵਾਸ ਦਾ ਸਨ ਆਫ ਅਕਬਰ ਇਹ ਵੀ ਆਪਾਂ ਦੇਖੋ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਕੁਐਸਚਨ ਬਣ ਸਕਦਾ ਹੈ ਠੀਕ ਹੈ ਹੀ ਵਾਸ ਦਾ ਸਨ ਆਫ ਅਕਬਰ ਤੇ ਜਹਾਂਗੀਰ ਦਾ ਵੈਸੇ ਬਚਪਨ ਦਾ ਨਾਮ ਵੀ ਆਪਾਂ ਨੂੰ ਪੁੱਛ ਸਕਦੇ ਇਹਦਾ ਪਹਿਲਾ ਨਾਮ ਕੀ ਸੀ ਜੀ ਸਲੀਮ ਵੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਸਲੀਮ ਇਹਦਾ ਨਾਮ ਸੀ ਠੀਕ ਹੈ ਜੀ ਸਲੀਮ ਵੀ ਇਹਦਾ ਇੱਕ ਨਾਮ ਸੀ ਠੀਕ ਹੈ ਮਾਰਕਰ ਦਾ ਰੰਗ ਆਪਾਂ ਚੇਂਜ ਕਰ ਲਿਆ ਅੱਜ ਚੱਲਦੇ ਜੀ ਥਰਡ ਕੁਐਸਚਨ 'ਤੇ ਹੂ ਮੰਗ ਦਾ ਫੋਲੋਇੰਗ ਡਿਸਾਈਡਸ ਵੈਦਰ ਏ ਬਿੱਲ ਇਜ਼ ਮਨੀ ਬਿੱਲ ਔਰ ਨੋਟ ਵੈਰੀ ਇੰਪੋਰਟੈਂਟ ਪੋਲਿਟੀ ਤੋਂ ਕੁਐਸਚਨ ਹੈ ਕੌਣ ਡਿਸਾਈਡ ਕਰਦਾ ਵੀ ਕੋਈ ਬਿੱਲ ਮਨੀ ਬਿੱਲ ਹੈ ਕਿ ਨਹੀਂ ਦੇਖੋ ਬਹੁਤ ਤਰ੍ਹਾਂ ਦੇ ਬਿੱਲ ਪੇਸ਼ ਹੁੰਦੇ ਆਪਣੇ ਲੋਕ ਸਭਾ ਦੇ ਵਿੱਚ ਜਾਂ ਫਿਰ ਆਪਣੇ ਪਾਰਲੀਮੈਂਟ ਦੇ ਵਿੱਚ ਆਪਾਂ ਕਹਿ ਸਕਦੇ ਤਾਂ ਮਨੀ ਬਿੱਲ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਆਰਟੀਕਲ ਯਾਦ ਰੱਖਾਂਗੇ ਆਰਟੀਕਲ ਹੈ 110 ਠੀਕ ਹੈ ਆਰਟੀਕਲ 110 ਆਰਟੀਕਲ 110 ਡਿਸਾਈਡ ਕਰਦਾ ਵੀ ਕੋਈ ਬਿੱਲ ਮਨੀ ਬਿੱਲ ਹੈ ਕਿ ਨਹੀਂ ਠੀਕ ਹੈ 110 ਕਰ ਲਓ 110 ਡਿਸਾਈਡ ਕਰਦਾ ਮਨੀ ਬਿੱਲ ਹੈ ਕਿ ਨਹੀਂ ਪੈਸੇ ਨਾਲ ਰਿਲੇਟਡ ਜੋ ਬਿੱਲ ਹੁੰਦਾ ਬਜਟਸ ਹੋ ਗਏ ਹੈ ਨਾ ਤਾਂ ਇਹ ਡਿਸਾਈਡ ਕੌਣ ਕਰਦਾ ਇਹ ਡਿਸਾਈਡ ਕਰਦਾ ਆਪਣਾ ਸਪੀਕਰ ਆਫ ਦਾ ਲੋਕ ਸਭਾ ਵੈਰੀ ਇੰਪੋਰਟੈਂਟ ਲੋਕ ਸਭਾ ਦੇ ਜੋ ਸਪੀਕਰ ਹੁੰਦੇ ਉਹ ਡਿਸਾਈਡ ਕਰਦੇ ਕੋਈ ਵੀ ਬਿੱਲ ਮਨੀ ਬਿੱਲ ਹੁੰਦਾ ਕਿ ਨਹੀਂ ਤੇ ਦੂਸਰਾ ਆਪਾਂ ਆਰਟੀਕਲ ਜ਼ਰੂਰ ਯਾਦ ਰੱਖਣਾ ਮਨੀ ਬਿੱਲ ਲਈ ਹੁਣ ਜੇ ਆਪਾਂ ਨੂੰ ਕੁਐਸਚਨ ਪੁੱਛ ਲੈਣ ਵੀ ਆਪਣੇ ਕਰੰਟ ਸਪੀਕਰ ਕੌਣ ਹੈ ਜੀ ਲੋਕ ਸਭਾ ਇਹ ਮੈਂ ਤੁਹਾਨੂੰ ਕਰੰਟ ਅਫੇਅਰ ਨਾਲ ਨਾਲ ਦੱਸ ਰਿਹਾ ਹੁਣ ਜੋ ਆਪਣੇ ਲੋਕ ਸਭਾ ਦੇ ਸਪੀਕਰ ਹੈ ਇਹਨਾਂ ਦਾ ਨਾਮ ਹੈ ਜੀ ਓਮ ਬਿਰਲਾ ਵੈਰੀ ਇੰਪੋਰਟੈਂਟ ਲੋਕ ਸਭਾ ਆਪਾਂ ਨੂੰ ਪਤਾ ਹੀ ਹੈ ਜੀ ਲੋਅਰ ਹਾਊਸ ਆਫ ਦਾ ਪਾਰਲੀਮੈਂਟ ਇਹਨੂੰ ਬੋਲਿਆ ਜਾਂਦਾ ਨਿਚਲਾ ਸਦਨ ਬੋਲਿਆ ਜਾਂਦਾ ਤੇ ਅਗਲਾ ਆਪਾਂ ਨੂੰ ਕੁਐਸਚਨ ਆ ਸਕਦਾ ਵੀ ਫਰਸਟ ਸਪੀਕਰ ਕੌਣ ਸੀ ਆਪਣੀ ਲੋਕ ਸਭਾ ਦੇ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹਦਾ ਆਨਸਰ ਹੈ ਜੀ ਵੀ ਮਾਵਲੰਕਰ ਵੈਰੀ ਇੰਪੋਰਟੈਂਟ ਵੀ ਮਾਵਲੰਕਰ ਇਜ਼ ਨੋਨ ਐਜ਼ ਫਰਸਟ ਸਪੀਕਰ ਆਫ ਲੋਕ ਸਭਾ ਤੇ ਵੀ ਮਾਵਲੰਕਰ ਨੂੰ ਹੋਰ ਕੀ ਬੋਲਿਆ ਜਾਂਦਾ ਹੈ ਇਹਨਾਂ ਨੂੰ ਕਹਿੰਦੇ ਜੀ ਫਾਦਰ ਆਫ ਲੋਕ ਸਭਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਬਹੁਤ ਵਾਰ ਐਗਜ਼ਾਮ 'ਚ ਕੁਐਸਚਨ ਰਿਪੀਟ ਹੋਇਆ ਫਾਦਰ ਆਫ ਲੋਕ ਸਭਾ ਕਿਹਨੂੰ ਬੋਲਿਆ ਜਾਂਦਾ ਵੀ ਮਾਵਲੰਕਰ ਗਣੇਸ਼ ਵਾਸੂਦੇਵ ਮਾਵਲੰਕਰ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਠੀਕ ਹੈ ਜੀ ਜ਼ਰੂਰ ਯਾਦ ਰੱਖਣਾ
आर्टिकल भी याद रखना है 110। अगला क्वेश्चन है जी येलो रेवोल्यूशन इज एसोसिएटेड विद द प्रोडक्शन ऑफ रेवोल्यूशनस ਤੇ क्वेश्चन है इकोनॉमिक्स ਤੋਂ क्वेश्चन है एक येलो रेवोल्यूशन इंडिया ਚ ਆਈ ਸੀ। ਇਹ ਲਗਭਗ ਗੱਲ ਹੈ ਜੀ ਆਪਣੇ 1986 ਜਾਂ 1987 ਦੀ ਇਹ ਗੱਲ ਹੈ, 86-87 ਦੀ ਇਹ ਗੱਲ ਹੈ। ਤਾਂ ਉਸ ਟਾਈਮ ਯੈਲੋ ਰੈਵੋਲਿਊਸ਼ਨ ਕਿਉਂ ਆਈ ਸੀ? ਬਿਕੋਜ਼ ਉਹਦੇ ਵਿੱਚ ਆਪਾਂ ਮੈਕਸਿਮਮ ਪ੍ਰੋਡਕਸ਼ਨ ਕੀਤੀ ਸੀ ਆਇਲ ਸੀਡਸ ਦੀ ਪ੍ਰੋਡਕਸ਼ਨ। ਤਾਂ ਇਹਦਾ ਫੋਰਥ ਆਪਸ਼ਨ ਕਰੈਕਟ ਆਨਸਰ ਹੋ ਜਾਊਗਾ। ਆਇਲ ਬਣਾਉਣ ਵਾਲੇ ਸੀਡਸ ਦੀ ਮੈਕਸਿਮਮ ਪ੍ਰੋਡਕਸ਼ਨ ਕੀਤੀ ਗਈ ਸੀ, ਤਾਂ ਉਹਨੂੰ ਨਾਮ ਦਿੱਤਾ ਗਿਆ ਸੀ ਯੈਲੋ ਰੈਵੋਲਿਊਸ਼ਨ। ਹਾਂ, ਤਾਂ ਹਰ ਰੈਵੋਲਿਊਸ਼ਨ ਦੇ ਇੱਕ ਫਾਦਰ ਹੁੰਦੇ ਆ। ਜੇ ਆਪਾਂ ਨੂੰ ਕੁਐਸਚਨ ਪੁੱਛ ਲੈਣ ਜੀ ਫਾਦਰ ਆਫ ਯੈਲੋ ਰੈਵੋਲਿਊਸ਼ਨ ਇਨ ਇੰਡੀਆ, ਇੰਡੀਆ ਦੇ ਇਹਦੇ ਫਾਦਰ ਸੀਗੇ ਸੈਮ ਪਿਤਰੋਦਾ। ਸੈਮ ਪਿਤਰੋਡਾ ਵਾਜ ਦਾ ਫਾਊਂਡਰ ਜਾਂ ਫਾਦਰ ਕਹਾਂਗੇ, ਫਾਦਰ ਆਫ ਯੈਲੋ ਰੈਵੋਲਿਊਸ਼ਨ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ। ਅਤੇ ਬਾਕੀ ਜਿਵੇਂ ਆਪਾਂ ਪੋਲਟਰੀ, ਹਾਂ ਪੋਲਟਰੀ ਲਈ ਵੀ ਇੱਕ ਇੰਡੀਆ 'ਚ ਰੈਵੋਲਿਊਸ਼ਨ ਸਟਾਰਟ ਕੀਤੀ ਗਈ ਸੀ, ਇਹਦਾ ਨਾਮ ਸੀ ਜੀ ਸਿਲਵਰ ਰੈਵੋਲਿਊਸ਼ਨ। ਸਿਲਵਰ ਰੈਵੋਲਿਊਸ਼ਨ ਕਿਤੇ ਲਈ ਹੋਈ ਸੀ? ਪੋਲਟਰੀ ਲਈ। ਠੀਕ ਹੈ, ਗ੍ਰੀਨ ਰੈਵੋਲਿਊਸ਼ਨ ਤੁਹਾਨੂੰ ਪਤਾ ਹੀ ਹੈ ਜੀ। ਗ੍ਰੀਨ ਰੈਵੋਲਿਊਸ਼ਨ ਆਪਾਂ ਮੈਕਸੀਮਮ ਆਪਾਂ ਕਹਾਂਗੇ ਆਪਣੇ ਐਗਰੀਕਲਚਰ ਪ੍ਰੋਡਕਟਸ ਹੋ ਗਏ, ਵੀਟ, ਰਾਈਸ, ਇਹਨਾਂ ਦੀ ਪ੍ਰੋਡਕਸ਼ਨ ਲਈ ਆਪਾਂ ਸਟਾਰਟ ਕੀਤੀ ਸੀ। ਫਾਦਰ ਵੀ ਆਪਾਂ ਸਾਰੇ ਯਾਦ ਰੱਖੇ ਸੀ ਗ੍ਰੀਨ ਰੈਵੋਲਿਊਸ਼ਨ ਦੇ, ਇਹ ਜ਼ਰੂਰ ਤੁਸੀਂ ਨਾਲ ਯਾਦ ਰੱਖ ਲੈਣਾ। ਠੀਕ ਹੈ ਜੀ, ਫਾਦਰ ਆਫ ਗ੍ਰੀਨ ਰੈਵੋਲਿਊਸ਼ਨ ਇੰਡੀਆ 'ਚ ਕੌਣ ਸੀ? MS ਸਵਾਮੀਨਾਥਨ। MS ਸਵਾਮੀਨਾਥਨ ਵਾਜ ਦਾ ਫਾਊਂਡਰ ਆਫ ਗ੍ਰੀਨ ਰੈਵੋਲਿਊਸ਼ਨ ਇਨ ਇੰਡੀਆ। ਠੀਕ ਹੈ, ਗ੍ਰੀਨ ਰੈਵੋਲਿਊਸ਼ਨ ਦੇ ਫਾਊਂਡਰ ਹੈ। ਠੀਕ ਹੈ ਜੀ, ਜ਼ਰੂਰ ਯਾਦ ਰੱਖ ਲੈਣਾ। चलते जी अपने फिफ्थ क्वेश्चन दे। द फर्स्ट सैक्रटरी जनरल ऑफ UNO वॉज, वेरी इंपॉर्टेंट क्वेश्चन। पहले सैक्रटरी जनरल आप दसना UNO। देखो UNO तो अपन क्वेश्चन बहुत पूछे जाते हैं। सब तो पहला क्वेश्चन की पूछा जाता है UNO के हैडकुआटर्स। ये आप याद किए सी, हैडकुआटर कितने है? न्यूयॉर्क। न्यूयॉर्क USA ਦੇ ਵਿੱਚ ਇਹਦੇ ਹੈੱਡਕੁਆਟਰ ਹੈ। ਦੂਸਰਾ ਇਹ ਕਦੋਂ ਬਣੀ ਸੀ? ਇਹ ਬਣੀ ਸੀ ਜੀ 24 ਅਕਤੂਬਰ 1945 'ਚ। ਕਿਉਂ ਬਣੀ ਸੀ? ਤਾਂ ਬਣੀ ਸੀ ਤਾਂ ਕਿ ਵਰਲਡ ਵਾਰ ਨਾ ਹੋ। ਠੀਕ ਹੈ, ਵੀ ਵਿਸ਼ਵ ਸ਼ਾਂਤੀ ਲਈ ਕੰਮ ਕਰਦੀ ਹੈ UNO। ਹੁਣ UNO ਦੇ ਸੈਕਟਰੀ ਜਨਰਲ ਬਣਾਏ ਜਾਂਦੇ ਨੇ, ਹੈ ਨਾ। ਤਾਂ ਮੈਂ ਤੁਹਾਨੂੰ ਹੁਣ ਦੇ ਵੀ ਦੱਸੂਗਾ ਵੀ ਹੁਣ ਕੌਣ ਹੈ ਉਹ ਕਰੰਟ ਦਾ ਬਾਟਰ ਹੋਊਗਾ। ਅਤੇ ਪਹਿਲੇ ਜਿਹੜੇ ਸੀਗੇ ਇਹਨਾਂ ਦਾ ਨਾਮ ਸੀਗਾ ਜੀ ਟ੍ਰਿਗਵੇ ਲੀ ਬੋਲਾਂਗੇ ਇਹਨੂੰ, ਟ੍ਰਿਗਵੇ ਲੀ। ਅਤੇ ਕਿਹੜੀ ਕੰਟਰੀ ਦੇ ਰਹਿਣ ਵਾਲੇ ਸੀ ਇਹ? ਨਾਰਵੇ। ਠੀਕ ਹੈ, ਨਾਰਵੇ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਹੀ ਸੀ, ਜਿਹੜੀ ਵੀ ਆਪਾਂ ਕੰਟਰੀ ਦਾ ਨਾਮ ਲਵਾਂਗੇ ਉਹਦੀ ਕੈਪੀਟਲ ਜ਼ਰੂਰ ਯਾਦ ਰੱਖਾਂਗੇ ਨਾਲ, ਹੈ ਨਾ। ਨਾਰਵੇ ਦੀ ਕੈਪੀਟਲ ਹੈ ਓਸਲੋ। ਤਾਂ ਹੁਣ ਆਪਾਂ ਨੂੰ ਪੁੱਛ ਸਕਦੇ ਆ ਵੀ ਹੁਣ ਕੌਣ ਹੈ ਜੀ ਪ੍ਰੈਜ਼ੈਂਟ ਸੈਕਟਰੀ ਜਨਰਲ ਆਫ UNO? ਇਹਨਾਂ ਦਾ ਨਾਮ ਹੈ ਜੀ ਐਂਟੋਨੀਓ ਗੁਤਰੈਸ। ਠੀਕ ਹੈ, ਜਿੱਦਾਂ ਦੇ ਨਾਮ ਹੈ ਉੱਦਾਂ ਦਾ ਹੀ ਬੋਲਣਾ ਪੈਂਦਾ। ਐਂਟੋਨੀਓ ਗੁਤਰੈਸ ਬੋਲ ਲਓ ਜਾਂ ਐਂਟੋਨੀਓ ਗੁਤਰੇਸ ਬੋਲ ਲਓ, ਹੈ ਨਾ, ਜਿਵੇਂ ਤੁਹਾਡਾ ਜੀ ਕਰਦਾ ਉਵੇਂ ਬੋਲ ਲਓ, ਪਰ ਯਾਦ ਜ਼ਰੂਰ ਰੱਖੋ ਐਂਟੋਨੀਓ ਗੁਤਰੇਸ ਵਾਸ ਜਾਂ ਹੁਣ ਆਪਣੇ ਸੈਕਟਰੀ ਜਨਰਲ ਹੈ UNO ਦੇ। अगला क्वेश्चन है जी सिक्स क्वेश्चन। इन सिंधी लैंग्वेज द वर्ड मोहनजोदारो मीनस। हुण देखो हिस्टरी तो क्वेश्चन है एंशेंट इंडिया तो, मोहनजोदारो का मतलब दसना है। तो इसका सैकेंड ऑप्शन करैक्ट आंसर है। आंसर है जी माउंट ऑफ द डेड या फिर मौत का टीला, मुर्दों का टीला बोलिया जाता सी मोहनजोदारो। हुण ये गल किस चीज़ की हो रही है? इंडस वैली सिविलाइजेशन हो रही है, यानी कि हड़प्पा सभ्यता की गल हो रही है, जो कि उस टाइम फ्लोरिश हुई सी 2500 तो लैके 1750 BC तक। ਪਹਿਲੀ ਸਾਈਟ ਜਿਹੜੀ ਸੀ ਇੰਡਸ ਵੈਲੀ ਤੋਂ ਡਿਸਕਵਰ ਹੋਈ ਸੀ ਹੜੱਪਾ। ਅਤੇ ਹੜੱਪਾ ਕਦੋਂ ਡਿਸਕਵਰ ਹੋਈ ਸੀ? 1921 ਦੇ ਵਿੱਚ। ਇਹਨੂੰ ਕਿੰਨੇ ਡਿਸਕਵਰ ਕੀਤਾ ਸੀ? ਦਇਆ ਰਾਮ ਸਾਹਨੀ ਨੇ। ਠੀਕ ਹੈ, ਅਤੇ ਹੜੱਪਾ ਕਿਹੜੀ ਨਦੀ ਦੇ ਕਿਨਾਰੇ ਹੈ? ਆਰੇ ਤੋਂ ਆਪਾਂ ਯਾਦ ਕੀਤਾ ਸੀ ਰਾਵੀ। ਠੀਕ ਹੈ, ਟ੍ਰਿਕ ਨਾਲ ਯਾਦ ਕੀਤਾ ਸੀ ਆਰੇ ਤੋਂ ਰਾਵੀ। ਦੂਸਰੀ ਸਾਈਡ ਡਿਸਕਵਰ ਹੋਈ ਸੀ ਮੋਹਨਜੋਦਾਰੋ। ਅਤੇ ਮੋਹਨਜੋਦਾਰੋ ਕਦੋਂ ਡਿਸਕਵਰ ਹੋਈ ਸੀ? 1922 ਦੇ ਵਿੱਚ। ਕਿੰਨੇ ਨੂੰ ਡਿਸਕਵਰ ਕੀਤਾ ਸੀ? RD ਬੈਨਰਜੀ। ਠੀਕ ਹੈ, ਇੰਪੋਰਟੈਂਟ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਨਾਲ। ਅਤੇ ਮੋਹਨਜੋਦਾਰੋ ਦਾ ਮਤਲਬ ਤੁਹਾਨੂੰ ਪਤਾ ਹੀ ਚੱਲ ਚੁੱਕਿਆ, ਮਾਊਂਟ ਆਫ ਦੀ ਡੈਡ। ਅਤੇ ਅਗਲਾ ਕੁਐਸਚਨ ਆਪਾਂ ਨੂੰ ਇਹ ਬਣ ਸਕਦਾ ਵੀ ਕਿਹੜੀ ਨਦੀ ਦੇ ਕਿਨਾਰੇ ਸੀ ਮੋਹਨਜੋਦਾਰੋ? ਇੰਡਸ ਨਦੀ ਦੇ ਕਿਨਾਰੇ, ਜੋ ਕਿ ਸਿੰਧੂ ਨਦੀ ਦੇ ਕਿਨਾਰੇ ਸਾਈਟ ਸੇ। ਹੋਰ ਵੀ ਕਾਫੀ ਸਾਰੇ ਸ਼ਾਇਦ ਡਿਸਕਵਰ ਹੋਏ ਸੀਗੇ। ਠੀਕ ਹੈ ਜੀ, ਪਰ ਆ ਦੋ ਮੇਨ ਹੈ। अगला क्वेश्चन है जी सेवंथ क्वेश्चन। केसरी वाज द न्यूज़पेपर दैट वाज स्टार्टेड बाय। वेरी इंपॉर्टेंट मिसलेनियस टॉपिक चो अपना हिस्ट्री चो आप कह सकते क्वेश्चन है। केसरी एक न्यूज़पेपर का नाम है। ठीक है, तो केसरी न्यूज़पेपर अपने हिस्ट्री के कहते किन्हों ने स्टार्ट किया सी? ਇਹਦਾ सैकेंड ऑप्शन करैक्ट आंसर है BG तिलक, बाल गंगाधर तिलक। केसरी तुसी ठीक है, केसरी ਦੇ ਨਾਲ ਤੁਸੀਂ ਇੱਕ ਹੋਰ याद रखनी है मराठा। ਇਹ ਵੀ ਕਾਫੀ ਇੰਪੋਰਟੈਂਟ ਨਿਊਜ਼ਪੇਪਰ ਸੀ। ਕੇਸਰੀ ਅਤੇ ਦੂਸਰਾ ਮਰਾਠਾ, ਇਹ ਦੋਨੋਂ ਬੁੱਕਸ ਨੂੰ ਸਟਾਰਟ ਕੀਤਾ ਸੀ ਬਾਲ ਗੰਗਾਧਰ ਤਿਲਕ। ਅਤੇ ਬਾਲ ਗੰਗਾਧਰ ਤਿਲਕ ਦਾ ਨਾਮ ਫੇਮਸ ਹੁੰਦਾ ਹੈ ਬਾਲ, ਜਿਵੇਂ ਆਪਾਂ ਯਾਦ ਕੀਤਾ ਸੀ ਲਾਲ ਬਾਲ ਪਾਲ। ਲਾਲ ਬਾਲ ਪਾਲ ਇਹ ਤਿਕੜੀ ਇਹਨਾਂ ਦੀ ਕਾਫੀ ਫੇਮਸ ਸੀ, ਜਿਨ੍ਹਾਂ ਨੇ ਸੁਦੇਸ਼ੀ ਮੂਵਮੈਂਟ ਕੀਤੀ ਸੀ, ਹੈ ਨਾ, 1905 ਦੇ ਵਿੱਚ। ਉਹਦੇ ਵਿੱਚ ਨਾਮ ਆਉਂਦਾ ਬਾਲ ਗੰਗਾਧਰ ਤਿਲਕ ਦਾ। ਠੀਕ ਹੈ ਜੀ, ਬਾਕੀ ਆਪਸ਼ਨਸ ਨੂੰ ਵੀ ਡਿਸਕਸ ਕਰਦੇ ਹਾਂ।
ਜਿਵੇਂ ਕਿ ਆਪਣੀ ਫਸਟ ਆਪਸ਼ਨ ਹੈ ਗੋਪਾਲ ਕ੍ਰਿਸ਼ਨ ਗੋਖਲੇ। ਗੋਪਾਲ ਕ੍ਰਿਸ਼ਨ ਗੋਖਲੇ ਤੇ ਪਹਿਲਾ ਕੁਐਸਚਨ ਕੀ ਆਊਗਾ? ਹੀ ਵਾਜ਼ ਦਾ ਪੋਲੀਟੀਕਲ ਗੁਰੂ ਆਫ ਮਹਾਤਮਾ ਗਾਂਧੀ। ਪੋਲੀਟੀਕਲ ਗੁਰੂ ਆਫ ਮਹਾਤਮਾ ਗਾਂਧੀ ਜੀ ਦੇ ਗੁਰੂ ਜੀ ਸਨ। ਦੂਸਰਾ, ਇਹਨਾਂ ਨੇ ਇੱਕ ਸੁਸਾਇਟੀ ਬਣਾਈ ਸੀ ਜਿਹਦਾ ਨਾਮ ਹੈ ਜੀ ਸਰਵੈਂਟਸ ਆਫ ਇੰਡੀਆ ਸੁਸਾਇਟੀ। ਵੈਰੀ ਇੰਪੋਰਟੈਂਟ। ਸਰਵੈਂਟਸ ਆਫ ਇੰਡੀਆ ਸੁਸਾਇਟੀ ਦੀ ਸਥਾਪਨਾ ਕਿਹਨੇ ਕੀਤੀ ਸੀ? ਗੋਪਾਲ ਕ੍ਰਿਸ਼ਨ ਗੋਖਲੇ ਨੇ। ਠੀਕ ਹੈ। ਤੀਸਰੀ ਆਪਸ਼ਨ ਡਿਸਕਸ ਕਰਦਾ ਹੈ ਸਰਦਾਰ ਪਟੇਲ। ਵੈਰੀ ਵੈਰੀ ਇੰਪੋਰਟੈਂਟ। ਸਰਦਾਰ ਪਟੇਲ ਇਜ਼ ਨੋਨ ਐਜ਼ ਆਇਰਨ ਮੈਨ ਆਫ ਇੰਡੀਆ। ਇੰਡੀਆ ਦਾ ਇਹਨਾਂ ਨੂੰ ਕੀ ਬੋਲਦੇ ਆ? ਆਇਰਨ ਮੈਨ। ਦੂਸਰਾ ਇੰਪੋਰਟੈਂਟ ਕੁਐਸਚਨ ਆਊਗਾ, ਹੀ ਵਾਜ਼ ਦਾ ਫਸਟ ਡਿਪਟੀ ਪ੍ਰਾਈਮ ਮਿਨਿਸਟਰ ਆਫ ਇੰਡੀਆ। ਵੈਰੀ ਵੈਰੀ ਇੰਪੋਰਟੈਂਟ। ਪੋਲੀਟੀਸ਼ੀਆ ਵੈਸੇ ਹਿਸਟਰੀ 'ਚ ਕੁਐਸਚਨ ਪੁੱਛਿਆ ਜਾਂਦਾ ਮਿਸਲੇਨੀਅਸ ਟੌਪਿਕ 'ਚੋਂ। ਇੰਡੀਆ ਦੇ ਪਹਿਲੇ ਡਿਪਟੀ ਪ੍ਰਾਈਮ ਮਿਨਿਸਟਰ। ਦੇਖੋ ਵੈਸੇ ਤਾਂ ਇੰਡੀਆ 'ਚ ਪ੍ਰਾਈਮ ਮਿਨਿਸਟਰ ਹੀ ਬਣਦੇ ਨੇ। ਡਿਪਟੀ ਪ੍ਰਾਈਮ ਮਿਨਿਸਟਰ ਦੀ ਪੋਸਟ ਆਪਣੇ ਸੰਵਿਧਾਨ ਦੇ ਅਕੋਰਡਿੰਗ ਨਹੀਂ ਬਣਾਈ ਜਾਂਦੀ, ਯਾਨੀ ਕਿ ਅਨਕੋਨਸਟੀਟਿਊਸ਼ਨਲ ਪੋਸਟ ਹੈ, ਪਰ ਕਿਸੇ ਸਰਕਮਸਟਾਂਸਿਸ ਦੇ ਵਿੱਚ ਇਸ ਪੋਸਟ ਨੂੰ ਬਣਾਇਆ ਜਾਂਦਾ। ਸਰਦਾਰ ਪਟੇਲ ਬਣਾਏ ਗਏ ਸੀ, ਤਾਂ ਯਾਦ ਰੱਖਣਾ ਇੰਪੋਰਟੈਂਟ। ਅਗਲੀ ਆਪਸ਼ਨ ਵੀ ਕਾਫੀ ਇੰਪੋਰਟੈਂਟ ਹੈ, ਰਾਜਾ ਰਾਮ ਮੋਹਨ ਰਾਏ। ਵੈਰੀ ਇੰਪੋਰਟੈਂਟ। ਇਹਨਾਂ ਨੂੰ ਬੋਲਿਆ ਜਾਂਦਾ ਜੀ ਫਾਦਰ ਆਫ ਇੰਡੀਅਨ ਰੈਨੀਸੈਂਸ। ਫਾਦਰ ਆਫ ਇੰਡੀਅਨ ਰੈਨੀਸੈਂਸ ਕਿਹਨੂੰ ਬੋਲਿਆ ਜਾਂਦਾ? ਰਾਜਾ ਰਾਮ ਮੋਹਨ ਰਾਏ। ਕਿਉਂ ਬੋਲਿਆ ਜਾਂਦਾ? ਬਿਕੋਜ਼ ਇਹਨਾਂ ਨੇ ਨਵੇਂ ਭਾਰਤ ਦੀ ਸਥਾਪਨਾ ਕੀਤੀ ਸੀ। ਇਹਨਾਂ ਨੇ ਅਬੋਲਿਸ਼ ਕੀਤੀ, ਖਤਮ ਕੀਤਾ ਸਤੀ ਪ੍ਰਥਾ ਨੂੰ। ਠੀਕ ਹੈ, ਜੋ ਕਿ ਉਸ ਟਾਈਮ ਚੱਲਦੀ ਸੀ। ਕਾਸਟ ਸਿਸਟਮ ਹੋ ਗਿਆ, ਵੈਸੇ ਤਾਂ ਹੁਣ ਵੀ ਹੈ। ਠੀਕ ਹੈ, ਥੋੜ੍ਹਾ ਬਹੁਤ ਸਤੀ ਤਾਂ ਨਹੀਂ ਹੈ, ਚਲੋ ਕਾਸਟ ਸਿਸਟਮ ਤਾਂ ਹੁਣ ਵੀ ਚੱਲਦਾ, ਪਰ ਉਸ ਟਾਈਮ ਇਹਨਾਂ ਨੇ ਬਹੁਤ ਵੱਡਾ ਡਿਸੀਜਨ ਲਿਆ ਵੀ ਇਹਨੂੰ ਖਤਮ ਕਰਨ ਦਾ, ਸਤੀ ਪ੍ਰਥਾ ਨੂੰ, ਕਾਸਟ ਸਿਸਟਮ। 1829 ਵਗੈਰਾ ਦੀ ਗੱਲ ਹੈ ਇਹ। ਠੀਕ ਹੈ, ਤਾਂ ਹਿਸਟਰੀ 'ਚ ਬਹੁਤ ਇੰਪੋਰਟੈਂਟ ਨਾਮ ਹੈ ਰਾਜਾ ਰਾਮ ਮੋਹਨ ਰਾਏ ਦਾ। ਚਲਦੇ ਹਾਂ ਜੀ ਅਗਲਾ ਕੁਐਸਚਨ। ਭਾਰਤ ਰਤਨਾ ਹੈ ਡਿਜ਼ਾਈਨਡ ਇਨ ਦਾ ਸ਼ੇਪ ਆਫ ਪੀਪਲ ਲੀਫ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਜੀ। ਭਾਰਤ ਰਤਨਾ ਇੰਡੀਆ ਦਾ ਹਾਈਐਸਟ ਸਿਵਲੀਅਨ ਅਵਾਰਡ ਹੈ ਭਾਰਤ ਰਤਨਾ। ਪੀਪਲ ਲੀਫ ਹੈ, ਇਹ ਵੀ ਤੁਹਾਨੂੰ ਕੁਐਸਚਨ ਬਣ ਸਕਦਾ ਹੈ। ਵਿਦ ਇਨਸਕ੍ਰਿਪਸ਼ਨ ਭਾਰਤ ਰਤਨਾ, ਉਹਦੇ ਨੀਚੇ ਭਾਰਤ ਰਤਨਾ ਲਿਖਿਆ ਜਾਂਦਾ। ਕਹਿੰਦੇ ਉਹਨੂੰ ਕਿਹੜੀ ਸਕ੍ਰਿਪਟ ਦੇ ਵਿੱਚ ਲਿਖਿਆ ਜਾਂਦਾ ਹੈ? ਠੀਕ ਹੈ ਜੀ, ਜ਼ਰੂਰ ਦੱਸਦੇ। ਸਕ੍ਰਿਪਟ ਦਾ ਨਾਮ ਹੈ ਜੀ ਦੇਵਨਾਗਰੀ। ਹਿੰਦੀ ਦੇ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਲਿਖਿਆ ਜਾਂਦਾ ਭਾਰਤ ਰਤਨਾ। ਠੀਕ ਹੈ, ਤੇ ਇੰਡੀਆ ਦਾ ਹਾਈਐਸਟ ਸਿਵਲੀਅਨ ਅਵਾਰਡ ਹੈ ਜੀ। ਸੈਕਿੰਡ ਹਾਈਐਸਟ ਕਿਹੜਾ ਸੀਗਾ? ਸੈਕਿੰਡ ਹਾਈਐਸਟ ਸੀ ਪਦਮ ਵਿਭੂਸ਼ਣ। ਥਰਡ ਹਾਈਐਸਟ ਸੀਗਾ ਜੀ ਪਦਮ ਭੂਸ਼ਣ, ਤੇ ਫੋਰਥ ਹਾਈਐਸਟ ਸੀਗਾ ਜੀ ਪਦਮ ਸ਼੍ਰੀ। ਇਹ ਵੀ ਆਪਾਂ ਸਾਰੇ ਯਾਦ ਕੀਤੇ ਸੀ। ਅਗਲਾ ਕੁਐਸਚਨ ਹੈ ਜੀ 9th। To whom the line "A thing of beauty is a joy forever" is attributed। ਲਾਈਨ ਦਾ ਨਾਮ ਕੀ ਹੈ? A thing of beauty is a joy forever। ਇਹ ਲਾਈਨ ਕਹਿੰਦੇ ਕਿਹਨਾਂ ਨੇ ਲਿਖੀ ਸੀ? ਇਹ ਲਾਈਨ ਲਿਖੀ ਸੀ ਅੰਗਰੇਜ਼ੀ ਦੇ ਆਪਣੇ ਇੱਕ ਫੇਮਸ ਆਥਰ ਜਿਨ੍ਹਾਂ ਦਾ ਨਾਮ ਹੈ ਜੀ ਜੌਨ ਕੀਟਸ। ਜੌਨ ਕੀਟਸ ਨੇ ਇਹ ਲਾਈਨ ਲਿਖੀ ਸੀ। ਤਾਂ ਇਹ ਆਪਸ਼ਨ ਇਹਦਾ ਕਰੈਕਟ ਆਨਸਰ ਹੈ। A thing of beauty is a joy forever। ਇੱਕ ਅੱਛੀ ਬਿਊਟੀ, ਇੱਕ ਸੋਹਣੀ ਚੀਜ਼ ਕਹਿੰਦੇ ਹਮੇਸ਼ਾ ਦਾ ਹੀ ਜੋਏ ਆ ਉਹ। ਠੀਕ ਹੈ, ਚਲੋ ਜੋਏ ਤੋਂ ਯਾਦ ਆ ਗਿਆ ਸਿਟੀ ਆਫ ਜੋਏ। ਦੱਸੋ ਤੁਸੀਂ ਜੀ ਸਿਟੀ ਆਫ ਜੋਏ ਕਿਹੜੀ ਸਿਟੀ ਨੂੰ ਕਿਹਾ ਜਾਂਦਾ ਹੈ? ਇਹ ਕਿਹਾ ਜਾਂਦਾ ਹੈ ਕੋਲਕਾਤਾ। ਕੋਲਕਾਤਾ ਕਿਹੜੀ ਨਦੀ ਦੇ ਕਿਨਾਰੇ ਹੈ? ਹੁਗਲੀ ਨਦੀ ਦੇ ਕਿਨਾਰੇ। ਕੋਲਕਾਤਾ ਕਿਹਦੀ ਕੈਪੀਟਲ ਹੈ? ਵੈਸਟ ਬੰਗਾਲ ਦੀ ਕੈਪੀਟਲ ਹੈ। ਠੀਕ ਹੈ ਜੀ, ਚਲੋ। ਚਾਰਲਸ ਡਿਕਨਸ, ਸਾਰੇ ਫੇਮਸ ਹੈ ਜੀ ਇਹ। ਜੋਨਾਥਨ ਸਵਿਫਟ ਹੋ ਗਿਆ। ਹਾਂ, ਜੋਨਾਥਨ ਸਵਿਫਟ 'ਤੇ ਕੀ ਕੁਐਸਚਨ ਆਊਗਾ? ਇਹਨਾਂ ਨੇ ਇੱਕ ਕਾਫੀ ਇੰਪੋਰਟੈਂਟ ਬੁੱਕ ਲਿਖੀ ਸੀ, ਉਹਦਾ ਨਾਮ ਹੈ ਜੀ ਗੁਲੀਵਰਸ ਟਰੈਵਲ। ਗੁਲੀਵਰਸ ਟਰੈਵਲ ਵੈਰੀ ਵੈਰੀ ਇੰਪੋਰਟੈਂਟ ਬੁੱਕ ਹੈ ਹਿਸਟਰੀ 'ਚ, ਸੌਰੀ ਆਪਣੇ ਜੀਕੇ ਦੀ। ਗੁਲੀਵਰ ਟਰੈਵਲਸ। ਅਤੇ ਕੋਈ ਨੂੰ ਆਪਾਂ ਕਿਵੇਂ ਯਾਦ ਰੱਖ ਸਕਦੇ? ਟਰੈਵਲਿੰਗ ਕਰਨੀ ਆਪਾਂ ਕਿਹੜੀ ਕਾਰ 'ਚ ਟਰੈਵਲ ਕਰ ਰਹੇ? ਸਵਿਫਟ ਕਾਰ ਦੇ ਵਿੱਚ ਟਰੈਵਲ ਕਰ ਰਹੇ। ਠੀਕ ਹੈ, ਗੁਲੀਵਰ ਟਰੈਵਲਸ ਬੁੱਕ ਲਿਖੀ ਸੀ ਜੋਨਾਥਨ ਸਵਿਫਟ ਨੇ। ਚਲੋ ਚੱਲਦੇ ਹਾਂ ਜੀ ਆਪਣੇ 10th ਲਾਸਟ ਕੁਐਸਚਨ 'ਤੇ। ਦ ਲਾਰਜੈਸਟ ਇੰਡੀਅਨ ਯੂਨੀਅਨ ਟੈਰੀਟਰੀ ਆਫ ਇੰਡੀਆ। ਇੰਡੀਆ ਦੀ ਸਭ ਤੋਂ ਵੱਡੀ ਯੂਨੀਅਨ ਟੈਰੀਟਰੀ ਅਵੇਲੇਬਲ ਆਪਸ਼ਨਸ ਦੇ ਵਿੱਚੋਂ ਸੀ ਆਪਸ਼ਨ ਇਹਦਾ ਕਰੈਕਟ ਆਨਸਰ ਹੈ ਅੰਡੇਮਾਨ ਐਂਡ ਨਿਕੋਬਾਰ ਆਈਲੈਂਡਸ। ਵੈਰੀ ਇੰਪੋਰਟੈਂਟ। ਅੰਡੇਮਾਨ ਨਿਕੋਬਾਰ ਆਈਲੈਂਡ ਦੀ ਕੈਪੀਟਲ ਕੀ ਹੈ? ਪੋਰਟ ਬਲੇਅਰ। ਪੋਰਟ ਬਲੇਅਰ ਇਹਦੀ ਕੈਪੀਟਲ ਹੈ। ਅਗਲਾ ਕੁਐਸਚਨ ਕੀ ਬਣੂਗਾ? ਅੰਡੇਮਾਨ ਨਿਕੋਬਾਰ 'ਤੇ ਕੁਐਸਚਨ ਇਹ ਆਊਗਾ ਜੀ ਅੰਡੇਮਾਨ ਨਿਕੋਬਾਰ ਦੀ ਸਭ ਤੋਂ ਹਾਈਐਸਟ ਪੀਕ ਮਾਊਂਟੇਨ ਚੋਟੀ ਦਾ ਨਾਮ ਦੱਸੋ। ਮਾਊਂਟੇਨ ਪੀਕ ਦਾ ਨਾਮ ਦੱਸੋ। ਇਹਦਾ ਆਨਸਰ ਹੈ ਜੀ ਸੈਡਲ ਪੀਕ। ਤਾਂ ਸੈਡਲ ਪੀਕ ਸਭ ਤੋਂ ਹਾਈਐਸਟ ਮਾਊਂਟੇਨ ਪੀਕ ਹੈ। ਅਗਲਾ ਕੁਐਸਚਨ ਕੀ ਬਣੂਗਾ? ਅੰਡੇਮਾਨ ਨਿਕੋਬਾਰ 'ਚ ਆਪਣੇ ਇੱਕ ਵੋਲਕੈਨੋਜ਼ ਵੀ ਹੈ, ਜਵਾਲਾਮੁਖੀ ਫਟਦੇ। ਇਹ ਕਿੱਥੇ ਫਟਦੇ? ਉੱਥੇ ਇੱਕ ਆਈਲੈਂਡ ਹੈ ਜਿਹਦਾ ਨਾਮ ਹੈ ਬੈਰਨ ਆਈਲੈਂਡ। ਵੈਰੀ ਇੰਪੋਰਟੈਂਟ ਕੁਐਸਚਨ। ਬੈਰਨ ਆਈਲੈਂਡ ਦੇ ਵਿੱਚ ਜਵਾਲਾਮੁਖੀ ਹੈ। ਇੰਡੀਆ ਦੇ ਇਕਲੌਤੇ ਐਕਟਿਵ ਵੋਲਕੈਨੋ ਹੈ ਜਿੱਥੇ ਜਵਾਲਾਮੁਖੀ ਵਗੈਰਾ ਫਟਦੇ ਰਹਿੰਦੇ ਹੈ ਨਾ। ਚੰਡੀਗੜ੍ਹ ਕਿੰਨੇ ਡਿਜ਼ਾਈਨ ਕੀਤਾ ਸੀ ਚੰਡੀਗੜ੍ਹ ਨੂੰ? ਲੀ ਕਾਰਬੂਸੀਅਰ। ਠੀਕ ਹੈ ਜੀ, ਬਾਕੀ ਪੰਜਾਬ ਹਰਿਆਣਾ ਦੀ ਕੈਪੀਟਲ ਹੈ। ਨਿਕਨੇਮ 'ਤੇ ਕੁਐਸਚਨ ਆਊਗਾ। ਚੰਡੀਗੜ੍ਹ ਦਾ ਨਿਕਨੇਮ ਹੈ ਜੀ ਸਿਟੀ ਬਿਊਟੀਫੁਲ। ਸਿਟੀ ਬਿਊਟੀਫੁਲ ਹੈ ਨਾ। ਬਾਕੀ ਚੰਡੀਗੜ੍ਹ ਤੁਹਾਨੂੰ ਪਤਾ ਹੀ ਹੈ ਜੀ ਪੁਡੂਚੇਰੀ ਹੈ। ਅੰਡੇਮਾਨ ਨਿਕੋਬਾਰ ਕੈਪੀਟਲ ਹੋ ਗਿਆ। ਲਕਸ਼ਦੀਪ ਦੀ ਕੈਪੀਟਲ ਹੈ ਜੀ ਕਾਵਾਰਥੀ। ਠੀਕ ਹੈ ਜੀ, ਚਲੋ। ਤਾਂ ਇਹ ਸੀ ਅੱਜ ਦੇ ਆਪਣੇ ਇੰਪੋਰਟੈਂਟ ਕੁਐਸਚਨਸ।
ਤੇ ਇਹ ਹੈ ਜੀ ਆਪਣੀ CBC ਦੀ ਐਪ CBC ਐਗਜ਼ਾਮ ਗੁਰੂ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਵੀਡੀਓ ਕਲਾਸਿਸ ਦੇਖ ਸਕਦੇ ਹੋ। ਪਟਵਾਰੀ ਹੋ ਗਿਆ ਹੈ ਨਾ, ਰੀਸੈਂਟਲੀ ਪੰਜਾਬ PCS ਦਾ ਕ੍ਰੈਸ਼ ਕੋਰਸ ਬਾਏ ਮੋਹਿਤ ਢੀਂਗਰਾ, ਇਹਨੂੰ ਆਪਾਂ ਸਟਾਰਟ ਕੀਤਾ ਹੈ ਨਾ। ਐਂਡ JEE ਸਿਵਲ ਦਾ ਜੋ ਆਪਣਾ ਕੋਰਸ ਹੈ ਇਹਨੂੰ ਵੀ ਆਪਾਂ ਐਪ ਦੇ ਉੱਤੇ ਦੇਖ ਸਕਦੇ ਹਾਂ ਹੈ ਨਾ। ਇਹ ਤਿੰਨੋਂ ਕੋਰਸ ਮੇਰੇ ਵੱਲੋਂ ਨੇ। ਤਾਂ ਓਕੇ ਸਟੂਡੈਂਟਸ, ਮਿਲਦੇ ਹਾਂ ਜੀ ਆਪਣੇ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ।